ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿੱਥੇ ਹੇਮਕੁੰਟ ਪਰਬਤ ਦੀਆਂ ਸੁੰਦਰ 7 ਚੋਟੀਆਂ ਹਨ, ਇੱਕ ਤਪਸਵੀ ਬਹੁਤ ਤਪੱਸਿਆ ਕਰ ਰਿਹਾ ਸੀ। ਸਾਰੇ ਦੇਵਤਿਆਂ ਦੇ ਸਿੰਘਾਸਨ ਹਿੱਲ ਗਏ। ਦੇਵਤੇ ਬ੍ਰਹਮਾ ਜੀ ਕੋਲ ਪਹੁੰਚ ਗਏ ਤੇ ਪੁੱਛਣ ਲੱਗੇ, ਇਹ ਕੌਣ ਮਹਾਨ ਤਪਸਵੀ ਤਪ ਕਰ ਰਿਹਾ ਹੈ? ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ। ਤਦ ਬ੍ਰਹਮਾ ਜੀ ਨੇ ਕਲਗੀਧਰ ਪਾਤਸ਼ਾਹ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਹਨਾਂ ਨੇ ਕਲਯੁਗ ਵਿੱਚ ਜਾ ਕੇ ਤੁਰਕਾਂ ਦਾ ਨਾਸ਼ ਕਰਨਾ ਹੈ ਤੇ ਇੱਕ ਨਿਆਰਾ ਪੰਥ ਸਾਜਣਾ ਹੈ। ਬ੍ਰਹਮਾ ਨੇ ਦੇਵਤਿਆਂ ਨੂੰ ਪੁਰਾਤਨ ਕਥਾ ਸੁਣਾਈ, ਜਿਸ ਵਿੱਚ ਉਸਨੇ ਦੱਸਿਆ ਕਿ ਦੈਂਤਾਂ ਨੇ ਬਹੁਤ ਉਪਦਰ ਫੈਲਾਇਆ ਹੋਇਆ ਸੀ ਤੇ ਦੇਵਤਿਆਂ ਦੇ ਮਗਰ ਲੱਗ ਕੇ ਉਹਨਾਂ ਦਾ ਨਾਸ਼ ਕਰ ਰਹੇ ਸਨ। ਦੇਵਤਿਆਂ ਨੇ ਪਰਮਾਤਮਾ ਕੋਲੇ ਪੁਕਾਰ ਕੀਤੀ। ਪਰਮਾਤਮਾ ਨੇ ਦੁਰਗਾ ਨੂੰ ਭੇਜਿਆ, ਜੋ ਕਿ ਦੈਂਤਾਂ ਦਾ ਨਾਸ਼ ਕਰਨ ਲੱਗੀ। ਪਰ ਇੱਕ ਰਕਤ ਬੀਜ ਦੈਂਤ, ਜਿਸ ਦੇ ਲਹੂ ਦੇ ਡੁੱਲਣ ਨਾਲ ਅਨੇਕਾਂ ਹੀ ਦੈਂਤ ਪੈਦਾ ਹੋ ਜਾਂਦੇ ਸਨ, ਉਹ ਉਸ ਕੋਲੋਂ ਸੰਭਾਲਿਆ ਨਾ ਗਿਆ ਤੇ ਉਹ ਜਾ ਕੇ ਵਿੰਧਿਆਚਲ ਪਹਾੜ ਦੇ ਵਿੱਚ ਛੁਪ ਕੇ ਭਗਤੀ ਕਰਨ ਲੱਗੀ, ਤਾਂ ਕਿ ਆਪਣੀ ਸ਼ਕਤੀ ਵਧਾ ਕੇ ਉਹ ਦੈਂਤਾਂ ਨਾਲ ਲੜ ਸਕੇ। ਉਸ ਦੇ ਲਾਗੇ ਹੀ ਇੱਕ ਰਿਸ਼ੀ ਭਗਤੀ ਕਰ ਰਿਹਾ ਸੀ। ਜਦ ਦੈਂਤ ਦੁਰਗਾ ਨੂੰ ਲੱਭਦੇ ਲੱਭਦੇ ਉਸ ਰਿਸ਼ੀ ਕੋਲ ਪਹੁੰਚੇ ਤਾਂ ਉਹਨਾਂ ਨੇ ਪੁੱਛਿਆ ਕਿ ਇੱਧਰ ਕਿਤੇ ਦੁਰਗਾ ਆਈ ਹੈ, ਜਿਸ ਨੇ ਸਾਡੇ ਦੈਂਤਾਂ ਦੀ ਸਾਰੀ ਸੈਨਾ ਨੂੰ ਮੁਕਾ ਦਿੱਤਾ ਹੈ। ਅਸੀਂ ਉਸ ਨੂੰ ਲੱਭ ਰਹੇ ਹਾਂ। ਅੱਗੋਂ ਰਿਸ਼ੀ ਨੇ ਗੁੱਸੇ ਹੋ ਕੇ ਉਹਨਾਂ ਨੂੰ ਕੁਝ ਅਪਸ਼ਬਦ ਕਹੇ ਤੇ ਦੈਂਤ ਰਿਸ਼ੀ ਦੇ ਮਗਰ ਹੀ ਪੈ ਗਏ। ਰਿਸ਼ੀ ਨੂੰ ਮਜਬੂਰ ਹੋ ਕੇ ਜਿੱਥੇ ਉਹ ਆਪਣਾ ਤਪ ਕਰ ਰਿਹਾ ਸੀ, ਉਸ ਆਸਨ ਨੂੰ ਝਾੜਨਾ ਪਿਆ, ਜਿਸ ਵਿੱਚੋਂ ਇੱਕ ਤਪਸਵੀ ਨਿਕਲਿਆ, ਜਿਸ ਨੇ ਸਾਰੇ ਦੈਂਤਾਂ ਦਾ ਸਰਵਨਾਸ਼ ਕਰ ਦਿੱਤਾ। ਕੁਝ ਸਮੇਂ ਬਾਅਦ ਦੁਰਗਾ ਵੀ ਕਾਲਕਾ ਦੇ ਨਾਲ ਰਲ ਕੇ ਆ ਗਈ ਤੇ ਉਸਨੇ ਸਾਰੇ ਦੈਂਤਾਂ ਦਾ ਸਰਵਨਾਸ਼ ਕਰ ਦਿੱਤਾ। ਫਿਰ ਅੱਗੋਂ ਬ੍ਰਹਮਾ ਜਿਵੇਂ ਦੇਵਤਿਆਂ ਨੂੰ ਕਹਿੰਦਾ ਹੈ, ਹੇ ਦੇਵਤਿਓ, ਤੁਸੀਂ ਸਮਝੋ ਜਿਵੇਂ ਭਗਵਤੀ ਦੇਵੀ ਦੀ ਜਿੱਤ ਹੋਈ ਹੈ। ਫਿਰ ਉਹ ਤਪਸਵੀ ਪੁਰਖ ਨੂੰ ਵੇਖ ਕੇ ਚਿੱਤ ਵਿੱਚ ਪਰਮ ਪ੍ਰਸੰਨ ਹੋਈ ਤੇ ਕਹਿਣ ਲੱਗੀ, ਹੇ ਤਪਸਵੀ ਦੇ ਤਪ ਰੂਪੀ ਪੁੱਤਰ ਪੁਰਸ਼ੋਤਮ, ਤੁਸੀਂ ਪਰਮੇਸ਼ਰ ਦੀ ਅੰਸ਼ ਸਹਿਤ ਅਵਤਾਰ ਧਾਰੀ ਹੋ। ਉਦਮ ਕਰਕੇ ਵੈਰੀ ਮਾਰ ਮਾਰ ਕੇ ਡੇਗ ਦਿੱਤੇ। ਅਣਗਿਣਤ ਯੁੱਧ ਦੇ ਖੇਤ ਵਿੱਚ ਪਏ ਹਨ। ਭਿਆਨਕ ਕਠਿਨ ਸੰਘਰਸ਼ ਮਚਾਇਆ ਹੈ। ਤੁਹਾਡੀ ਗਰਜ ਨੂੰ ਸੁਣ ਕੇ ਦੁਸ਼ਟ ਜੜ ਹੋ ਗਏ ਹਨ। ਸਾਰੇ ਵੈਰੀ ਕਾਇਰਤਾ ਧਾਰ ਕੇ ਧੀਰਜ ਰਹਿਤ ਹੋ ਗਏ ਹਨ। ਜਿਹੜੇ ਸਾਹਮਣੇ ਆਏ ਉਹ ਮੌਤ ਦੇ ਘਰ ਪਹੁੰਚ ਗਏ ਹਨ। ਤੁਸੀਂ ਬਹੁਤ ਦੈਂਤਾਂ ਨੂੰ ਮਾਰ ਕੇ ਮੇਰੀ ਬਹੁਤ ਸਹਾਇਤਾ ਕੀਤੀ ਹੈ। ਇੱਕ ਵਾਰ ਤੁਸੀਂ ਮੈਨੂੰ ਬੁਲਾਓ, ਫਿਰ ਮੈਂ ਬਹੁਤ ਪ੍ਰਸੰਨ ਹੋ ਕੇ ਆਵਾਂਗੀ। ਮੈਂ ਤੁਹਾਡੇ ਉੱਤੇ ਬਹੁਤ ਪ੍ਰਸੰਨ ਹਾਂ। ਜਿਵੇਂ ਤੁਹਾਡੇ ਹਿਰਦੇ ਵਿੱਚ ਆਉਂਦਾ ਹੈ, ਮੈਥੋਂ ਸ੍ਰੇਸ਼ਟ ਵਰ ਪ੍ਰਾਪਤ ਕਰੋ। ਹੁਣ ਤੁਸੀਂ ਜਿਹੜਾ ਸਰੀਰ ਧਾਰਨ ਕੀਤਾ ਹੈ, ਸੁੱਖ ਪਾ ਕੇ ਉਹ ਅਮਰ ਹੋ ਜਾਏ। ਜਦ ਚਿੱਤ ਵਿੱਚ ਚਾਹੋ ਤਦ ਹੀ ਸਰੀਰ ਛੱਡੋ। ਲੱਖਾਂ ਸਾਲਾਂ ਤੱਕ ਤੁਸੀਂ ਬੁੱਢੇ ਨਹੀਂ ਹੋਵੋਗੇ। ਵੱਡੇ ਤੇਜ਼ ਵਾਲਾ ਤਪ ਕਰੋ ਅਤੇ ਆਪਣਾ ਦੁਸ਼ਟ ਦਮਨ ਨਾਮ ਧਰਾਵੋ। ਅਨੇਕ ਥਾਵਾਂ 'ਤੇ ਤੁਹਾਡੀ ਅਸੰਖਾਂ ਦੀ ਗਿਣਤੀ ਵਿੱਚ ਸੰਗਤ ਬਣੇਗੀ। ਜਿਸ ਤਰ੍ਹਾਂ ਕਿ ਮੇਰਾ ਸਰੂਪ ਹੀ ਹੈ, ਇਸੇ ਵੇਸ ਵਿੱਚ ਸਦਾ ਬਣੇ ਰਹੋ। ਜਦ ਕਦੀ ਜਿੱਥੇ ਕਿੱਥੇ ਤੁਹਾਡੀ ਸਹਾਇਤਾ ਕਰਾਂਗੀ। ਵਾਕ ਕਹਿਣ ਵਿੱਚ ਚਤੁਰ ਦੁਰਗਾ ਦੇ ਵਾਕਾਂ ਨੂੰ ਸੁਣ ਕੇ ਮਹਾਂਪੁਰਖਾਂ ਨੇ ਬਚਨ ਕੀਤੇ, ਸਿੰਘ ਨਾਮ ਨੂੰ ਮੈਂ ਧਾਰਨ ਕਰਾਂਗਾ, ਲੰਮੇ ਕੇਸ ਰੱਖਾਂਗਾ ਤੇ ਗਲ ਵਿੱਚ ਜਨੇਊ ਨਹੀਂ ਪਾਵਾਂਗਾ। ਹੇ ਕਮਲ ਨੈਣੀ ਭਗਵਤੀ, ਮੇਰਾ ਵੱਡਾ ਤੇਜ ਹੋਵੇਗਾ। ਮਲੇਛਾਂ ਨੂੰ ਮਾਰ ਕੇ ਵੈਰੀਆਂ ਦਾ ਖਾਤਮਾ ਕਰਾਂਗਾ। ਬਾਣੀ ਦੀ ਰਚਨਾ ਹੋਰ ਥਾਂ ਹੋਵੇਗੀ, ਜਿਸ ਨਾਲ ਭੋਗ ਮੋਖ ਦੋਵੇਂ ਪਦਵੀਆਂ ਆਸਾਨੀ ਨਾਲ ਮਿਲਣਗੀਆਂ। ਦੁਸ਼ਟ ਅਧਰਮੀਆਂ ਨਾਲ ਯੁੱਧ ਕਰਕੇ ਧਰਮ ਦਾ ਮਾਰਗ ਸਥਾਪਿਤ ਕਰਾਂਗੇ। ਜਿੱਥੇ ਕਿੱਥੇ ਮਲੇਛਾਂ ਨੂੰ ਮਾਰਾਂਗੇ ਅਤੇ ਯੁੱਧ ਮਚਾਉਣ ਵਿੱਚ ਸਾਡਾ ਵੱਡਾ ਪਿਆਰ ਹੋਵੇਗਾ। ਦੁਸ਼ਟ ਦਮਨ ਜੀ ਪਾਸੋਂ ਇਸ ਤਰ੍ਹਾਂ ਸੁਣ ਕੇ ਦੇਵੀ ਨੇ ਭਵਿੱਖ ਦੀ ਗੱਲ ਕਹਿ ਕੇ ਸੁਣਾਈ। ਚੌਥੇ ਯੁੱਗ ਭਾਵ ਕਲਯੁਗ ਦਾ ਪਹਿਲਾ ਭਾਗ ਜਦ ਹੋਵੇਗਾ, ਤਦ ਐਸਾ ਸਮਾਂ ਬਣ ਆਵੇਗਾ, ਜਦੋਂ ਵੀ ਯੁੱਧ ਵਿੱਚ ਤੁਸੀਂ ਮੈਨੂੰ ਬੁਲਾਓਗੇ, ਮੈਂ ਯੁੱਧ ਵਿੱਚ ਤੁਹਾਡੀ ਸਹਾਇਤਾ ਕਰਾਂਗੀ। ਤਦ ਤੱਕ ਇਸ ਸਰੀਰ ਨੂੰ ਧਾਰਨ ਕਰੋ। ਆਪਣੇ ਪਰਿਵਾਰ ਨਾਲ ਪਿਆਰ ਨਾ ਕਰਨਾ। ਜੇ ਦਵੰਦ ਖੁਸ਼ੀ ਗਮੀ ਤੋਂ ਉਤਪੰਨ ਹੋਣ, ਤਿੰਨਾਂ ਵਿੱਚ ਸਮਾਨ ਰਹਿਣਾ।
ਤਦ ਤੱਕ ਇਸ ਸਰੀਰ ਨੂੰ ਧਾਰਨ ਕਰੋ। ਹੇ ਤਪਦੇ ਪਿਆਰੇ, ਬੜੇ ਉਮਾਨ ਨਾਲ ਤਪ ਸਾਧਨਾ ਕਰੋ। ਤਦ ਵਾਹਿਗੁਰੂ ਮਨੁੱਖ ਦਾ ਰੂਪ ਧਾਰਨ ਕਰੇਗਾ। ਜਦ ਉਸ ਦੇ 9 ਸਰੂਪ ਜੱਗ ਵਿੱਚ ਪ੍ਰਗਟ ਹੋਣਗੇ ਤਾਂ ਤੁਹਾਡਾ 10ਵਾਂ ਸਰੂਪ ਪ੍ਰਗਟ ਹੋਵੇਗਾ। ਉਹ ਵਾਹਿਗੁਰੂ ਦੀ ਮਹਾਜੋਤ ਤੁਹਾਡੇ ਵਿੱਚ ਪਿਆਰ ਨਾਲ ਪ੍ਰਵੇਸ਼ ਕਰੇਗੀ। ਤੁਸੀਂ ਏਕੰਕਾਰ ਦੇ ਰੂਪ ਵਿੱਚ ਲੀਨ ਹੋ ਜਾਓਗੇ ਤੇ ਵੈਰੀਆਂ ਨੂੰ ਮਾਰ ਕੇ ਆਪਣੇ ਪੰਥ ਦਾ ਪ੍ਰਕਾਸ਼ ਕਰੋਗੇ। ਧਰਮ ਦਾ ਵਿਸਤਾਰ ਹੋਵੇਗਾ, ਤੁਹਾਡੇ ਪਵਿੱਤਰ ਜਸ ਦਾ ਵਿਸਤਾਰ ਹੋਵੇਗਾ ਤੇ ਤੁਸੀਂ ਅਮੀਰ ਗਰੀਬ ਸਭ ਦਾ ਉਧਾਰ ਕਰੋਗੇ। ਇਹ ਕਹਿ ਕੇ ਦੇਵੀ ਨੇ ਉਸ ਸਮੇਂ ਆਪਣੇ ਹਿਰਦੇ ਵਿੱਚ ਅਪਾਰ ਪ੍ਰੇਮ ਪ੍ਰਗਟ ਕੀਤਾ। ਦੁਸ਼ਟ ਦਮਨ ਨੂੰ ਪਿਆਰ ਕਰਨ ਲੱਗੀ, ਜਿਵੇਂ ਗਊ ਆਪਣੇ ਵੱਛੇ ਨੂੰ ਪਿਆਰ ਕਰਦੀ ਹੈ। ਕਹਿਣ ਲੱਗੀ, ਹੇ ਪੁੱਤਰ, ਤੁਸੀਂ ਸਾਰੇ ਸ਼ਸਤਰ ਧਾਰਨ ਕਰਕੇ ਖਸ਼ਤਰੀ ਦੀ ਪਦਵੀ ਪਾਓਗੇ। ਰਹਿਤ ਸਹਿਤ ਜੋ ਮਹਾਨ ਸਿੰਘ ਹੋਣਗੇ, ਉਹਨਾਂ ਦਾ ਤੇਜ ਸ਼ੇਰ ਵਾਂਗ ਅਗਰਗਾਮੀ ਹੋਵੇਗਾ। ਵੱਡੀ ਵਸਤੂ ਭਾਵ ਰਾਜ ਆਦਿ ਮਿਲਣ ਤੇ ਦਿਲ ਵਿੱਚ ਜੋ ਅਹੰਕਾਰ ਧਾਰਨਗੇ, ਉਹਨਾਂ ਨੂੰ ਪਿੱਛੋਂ ਪਛਤਾਉਣਾ ਪਵੇਗਾ। ਜਿਹੜਾ ਯੁੱਧ ਵਿੱਚ ਸ਼ਹੀਦ ਹੋਵੇਗਾ, ਉਹ ਜਨਮ ਮਰਨ ਦੇ ਵਿੱਚ ਨਹੀਂ ਆਏਗਾ। ਫਿਰ ਭਗਵਤੀ ਮਾਤਾ ਉਸ ਸਥਾਨ ਤੋਂ ਅਲੋਪ ਹੋ ਗਈ ਤੇ ਆਪਣਾ ਨਾਮ ਦੁਸ਼ਟ ਦਮਨ ਰਖਵਾ ਕੇ ਫਿਰ ਤਪਸਵੀ ਪੁਰਖ ਆਪਣੇ ਪਿਤਾ ਵਾਹਿਗੁਰੂ ਜੀ ਦੇ ਪਾਸ ਗਏ ਤੇ ਉਹਨਾਂ ਦੇ ਦਰਸ਼ਨ ਕਰਕੇ ਸਿਰ ਨਿਵਾਇਆ। ਵਾਹਿਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਆਪਣੇ ਪੁੱਤਰ ਨੂੰ ਵੇਖਿਆ ਤੇ ਬਚਨ ਕੀਤੇ, ਹੇ ਪੁੱਤਰ, ਸ਼ਕਤੀ ਨੂੰ ਪ੍ਰਸੰਨ ਕਰਕੇ ਤੂੰ ਚਿੱਤ ਦੀ ਚਾਹਤ ਅਨੁਸਾਰ ਵਰ ਪ੍ਰਾਪਤ ਕੀਤੇ ਹਨ। ਯੁੱਧ ਕਰਨ ਵਾਸਤੇ ਤੂੰ ਇਹ ਵਰ ਪ੍ਰਾਪਤ ਕੀਤੇ ਹਨ ਤੇ ਯੁੱਧ ਵਾਸਤੇ ਹੀ ਮੈਂ ਤੈਨੂੰ ਪੈਦਾ ਕੀਤਾ ਹੈ। ਯੁੱਧ ਵਾਸਤੇ ਵਾਧੂ ਸ਼ਰਧਾ ਧਾਰਨ ਕਰੋ ਤੇ ਯੁੱਧ ਨੂੰ ਹਰ ਵੇਲੇ ਹਿਰਦੇ ਵਿੱਚ ਵਸਾਓ। ਇਸ ਤਰ੍ਹਾਂ ਤੁਸੀਂ ਮੇਰੀ ਰੱਖਿਆ ਕਰਦੇ ਹੋ, ਮੈਂ ਇਹ ਜਾਣਦਾ ਹਾਂ। ਜਦ ਤੁਸੀਂ ਬਾਲਗ ਦੀ ਉਮਰ ਪਾਓਗੇ ਤਦ ਮੈਂ ਯੁੱਧ ਵਿੱਚ ਤੁਹਾਨੂੰ ਨਾ ਵੇਖਾਂ, ਇਸ ਦਾ ਉਪਾਅ ਕਰੋ। ਜਿਵੇਂ ਕਲੀ ਦਾ ਅੰਕੁਰ ਤੁਰੰਤ ਨਿਕਲ ਆਉਂਦਾ ਹੈ, ਉਸ ਤਰ੍ਹਾਂ ਤੁਸੀਂ ਮੇਰੇ ਤੋਂ ਪੈਦਾ ਹੋਏ ਹੋ। ਤੁਸੀਂ ਸਰਬ ਉੱਤਮ ਅਕਾਲ ਪੁਰਖ ਦੇ ਲੋਕ ਤੋਂ ਧਰਤੀ 'ਤੇ ਪ੍ਰਾਪਤ ਹੋਏ ਹੋ। ਇਸ ਕਰਕੇ ਨਾਮ ਤੁਹਾਡਾ ਗੋਬਿੰਦ ਹੋਵੇਗਾ। ਤੁਸੀਂ ਸਿੰਘ ਦੀ ਪਦਵੀ ਪਾਓਗੇ ਤੇ ਹੁਣ ਤੁਸੀਂ ਘੋਰ ਤਪੱਸਿਆ ਕਰੋ। ਸਮਾਂ ਆਉਣ ਤੇ ਜਗਤ ਵਿੱਚ ਪ੍ਰਗਟ ਹੋਵੋ, ਤੁਹਾਡਾ ਤੇਜ ਸੂਰਜ ਵਾਂਗ ਹੋਵੇਗਾ। ਅਕਾਲ ਪੁਰਖ ਪਿਤਾ ਜੀ ਦੇ ਕਹਿਣ ਉੱਤੇ ਗੁਰੂ ਜੀ ਸਮੂਹ ਵੈਰੀਆਂ ਨੂੰ ਦਮਨ ਕਰਨ ਵਾਲੇ ਹਨ, ਸ਼ਸਤਰਧਾਰੀ ਹਨ ਤੇ ਗੰਭੀਰ ਹਿਰਦਾ ਨਾ ਜਰੇ ਜਾਣ ਵਾਲੇ ਨੂੰ ਵੀ ਜਰਦੇ ਹਨ। ਪਰਉਪਕਾਰ ਕਰਨ ਦੀ ਅਭਿਲਾਸ਼ਾ ਹੈ, ਗਿਆਨ ਦੇ ਸੂਰਜ ਹਨ, ਫਿਰ ਵੀ ਹੱਥ ਵਿੱਚ ਤੀਰ ਕਮਾਨ ਧਾਰਨ ਕਰਦੇ ਹਨ। ਅਕਾਲ ਪੁਰਖ ਦੇ ਚਰਨਾਂ 'ਤੇ ਮੱਥਾ ਟੇਕ ਕੇ ਮਹਾਂਪੁਰਖ ਆਪ ਬੋਲੇ, ਮੈਂ ਆਪ ਜੀ ਦੀ ਆਗਿਆ ਸਿਰ 'ਤੇ ਧਾਰਨ ਕਰਦਾ ਹਾਂ। ਆਪ ਜੀ ਦਾ ਕਿਹਾ ਮੈਂ ਸਭ ਕਰਾਂਗਾ ਤੇ ਸਦਾ ਸਰਬ ਪ੍ਰਕਾਰ ਆਪ ਜੀ ਦੀ ਆਗਿਆ ਵਿੱਚ ਰਹਾਂਗਾ। ਇਸ ਤਰ੍ਹਾਂ ਕਹਿ ਕੇ ਮਹਾਂਪੁਰਖ ਤਪ ਕਰਨ ਵਾਸਤੇ ਚਲੇ ਗਏ ਤੇ ਅਨੇਕ ਪ੍ਰਕਾਰ ਦੇ ਉਹਨਾਂ ਨੇ ਉੱਤਮ ਤਪ ਕੀਤੇ। ਜੰਗਲਾਂ ਵਿੱਚ, ਵੱਡੇ ਉੱਚੇ ਪਹਾੜਾਂ ਉੱਤੇ ਤੇ ਪਹਾੜਾਂ ਦੀਆਂ ਗੁਫਾਵਾਂ ਵਿੱਚ, ਔਖੇ ਥਾਂ ਵਿੱਚ ਜਿੱਥੇ ਜਲ ਪਾਸ ਨਹੀਂ, ਵੱਡੇ ਦੁੱਖ ਵਾਲੀ ਘਾਲਣਾ ਘਾਲ ਕੇ ਤਪ ਕਰਦੇ ਹਨ। ਰੇਗਿਸਤਾਨ ਜਿੱਥੇ ਉੱਚੇ ਬਰੇਤਿਆਂ ਵਾਲੇ ਥਾਂ ਹਨ, ਬਹੁਤ ਦੇਰ ਤੱਕ ਜਲ ਤੋਂ ਬਗੈਰ ਹੀ ਰਹੇ। ਮਨ ਇਕਾਂਤ ਕਰਕੇ ਤੇ ਸਾਹ ਰੋਕ ਕੇ ਬੜੇ ਪ੍ਰੇਮ ਨਾਲ ਸਮਾਧੀ ਲੱਗੀ ਰਹਿੰਦੀ ਸੀ। ਕਦੀ ਜਲ ਪੀਂਦੇ ਸਨ, ਕਦੀ ਜਲ ਨਹੀਂ ਪੀਂਦੇ ਸਨ ਤੇ ਨਿਰਾਹਾਰ ਹੋ ਕੇ ਹੀ ਸਥਿਤ ਰਹਿੰਦੇ ਸਨ। ਗਰਮੀ, ਵਰਖਾ ਅਤੇ ਠੰਡ ਨੂੰ ਬਰਦਾਸ਼ਤ ਕਰਦੇ ਸਨ ਤੇ ਮੌਨ ਰਹਿ ਕੇ ਅਡੋਲ ਖਲੋਤੇ ਰਹਿੰਦੇ ਸਨ। ਅਕਾਲ ਪੁਰਖ ਨੇ ਕਿਹਾ, ਹੇ ਸਾਰੇ ਦੇਵਤਿਓ, ਸੁਣੋ, ਹੁਣ ਸਮਾਂ ਸਮਾਪਤ ਹੋਣ ਵਾਲਾ ਹੈ। ਆਪਣੇ ਸਿੱਖਾਂ ਸਹਿਤ ਨਰ ਸਰੀਰ ਧਾਰ ਕੇ ਨਾਸ਼ ਰਹਿਤ ਤੇਜ ਰੱਖ ਕੇ ਪੰਥ ਦਾ ਪ੍ਰਕਾਸ਼ ਕਰਨ। ਇਹ ਸੁਣ ਕੇ ਦੇਵਤਿਆਂ ਨੇ ਮਨ ਵਿੱਚ ਅਸਚਰਜ ਧਾਰਨ ਕੀਤਾ ਤੇ ਭਵਿੱਖ ਵਿੱਚ ਹੋਣ ਵਾਲੀ ਸਾਰੀ ਗੱਲ ਸਮਝੀ। ਜਿੱਥੇ ਕਿੱਥੇ ਦੇਸ਼ ਵਿੱਚ ਨਰ ਸਰੀਰ ਧਾਰ ਕੇ ਸਭ ਪ੍ਰਕਾਰ ਦੇ ਕੌਤਕ ਵੇਖਣਾ ਚਾਹੁੰਦੇ ਹਨ, ਹਿੰਦ ਦੇਸ਼ ਵਿੱਚ ਦੁਰਮਤ ਸਮਝ ਕੇ ਕਰਤਾ ਪੁਰਖ ਆਪਣੇ ਭਗਤਾਂ ਨੂੰ ਸੁੱਖ ਦੇਣਾ ਚਾਹੁੰਦੇ ਹਨ। ਆਪਣੇ ਸੇਵਕਾਂ ਨੂੰ ਅਕਾਲ ਪੁਰਖ ਨੇ ਇਸ ਤਰ੍ਹਾਂ ਆਗਿਆ ਕੀਤੀ, ਇੱਕ ਵਿਵਾਨ ਲੈ ਕੇ ਤੁਰੰਤ ਚਲੇ ਜਾਓ। ਤਪ ਸਰੂਪ ਹੋ ਕੇ ਤਪਸਵੀ ਘੋਰ ਤਪ ਕਰ ਰਿਹਾ ਹੈ ਤੇ ਤਪ ਨਾਲ ਉਸ ਦਾ ਬਹੁਤ ਪਿਆਰ ਹੈ। ਉਸ ਨੂੰ ਜਾ ਕੇ ਹੁਣ ਮੇਰੇ ਪਾਸ ਲਿਆਓ। ਉਸ ਨੇ ਘੋਰ ਤਪੱਸਿਆ ਕੀਤੀ ਹੈ ਤੇ ਉਸ ਦੇ ਦਰਸ਼ਨ ਉੱਤਮ ਹੋ ਗਏ ਹਨ। ਜਿਸ ਨੂੰ ਤਪ ਕਰਦੇ ਨੂੰ ਅਸੰਖਾ ਸਾਲ ਬੀਤ ਗਏ ਹਨ, ਮੇਰੇ ਸਰੂਪ ਨਾਲ ਉਸ ਨੇ ਏਕਤਾ ਧਾਰਨ ਕਰ ਲਈ ਹੈ। ਉਸ ਦਾ ਮੇਰੇ ਸਰੂਪ ਵਿੱਚ ਮਿਲਣਾ ਉਚਿਤ ਹੋ ਗਿਆ ਹੈ। ਉਸ ਦਾ ਸਰੀਰ ਪਿੰਜਰ ਮਾਤਰ ਦਿਖਾਈ ਦੇ ਰਿਹਾ ਹੈ। ਜਿੱਥੇ ਹੇਮਕੁੰਟ ਪਰਬਤ ਦੀਆਂ ਸੁੰਦਰ 7 ਚੋਟੀਆਂ ਹਨ,
ਅਤੇ ਜਿੱਥੇ ਸਾਰੀਆਂ ਦਰਮਿਆਨ ਵਿਚਕਾਰਲੀ ਚੋਟੀ ਸ਼ੋਭ ਰਹੀ ਹੈ, ਉਸ ਉੱਤੇ ਖੜੇ ਹੋ ਕੇ ਮਹਾਨ ਤਪਸਵੀ ਤਪ ਕਰ ਰਿਹਾ ਹੈ ਤੇ ਲੱਕੜੀ ਵਾਂਗ ਉਸ ਦਾ ਸਰੀਰ ਸੁੱਕ ਗਿਆ ਹੈ। ਇਹ ਸੁਣ ਕੇ ਸੇਵਕ ਵਿਮਾਨ ਲੈ ਕੇ ਚਲੇ ਗਏ, ਜਿਸ ਵਿਮਾਨ ਦੀ ਸ਼ੋਭਾ ਕਹੀ ਨਹੀਂ ਜਾ ਸਕਦੀ। ਦਰਵਾਜ਼ੇ ਉੱਤੇ ਸੁੰਦਰ ਹਾਰ ਲਟਕ ਰਹੇ ਸਨ, ਜਿਨ੍ਹਾਂ ਵਿੱਚ ਜੜੇ ਮੋਤੀ ਬਹੁਤ ਪ੍ਰਕਾਸ਼ਮਈ ਸਨ। ਵਿਮਾਨ 7 ਚੋਟੀਆਂ ਦੇ ਵਿਚਕਾਰਲੀ ਚੋਟੀ ਤੇ ਆ ਕੇ ਖੜਾ ਹੋ ਗਿਆ ਤੇ ਸੇਵਕ ਵੀ ਵਿਮਾਨ ਸਹਿਤ ਹੀ ਉੱਥੇ ਆ ਗਏ। ਉਹਨਾਂ ਨੇ ਆ ਕੇ ਬੜੇ ਆਦਰ ਨਾਲ ਬੇਨਤੀ ਕੀਤੀ, ਹੇ ਤਪਸਵੀ, ਤੁਸੀਂ ਮਹਾਨ ਤਪ ਦਾ ਰੂਪ ਹੋ। ਤੁਸੀਂ ਬਹੁਤ ਮਹਾਨ ਤਪ ਕੀਤਾ ਹੈ। ਤੁਹਾਡੇ ਵਰਗਾ ਤਪ ਸਾਧਨ ਵਾਲਾ ਦੁਨੀਆ ਉੱਤੇ ਹੋਰ ਕੋਈ ਨਹੀਂ ਹੈ। ਆਪਣੇ ਸਰੀਰ ਦੀ ਕਾਮਨਾ ਪੂਰੀ ਕਰੋ। ਤੁਸੀਂ ਉੱਤਮ ਪੁਰਖ, ਵੱਡੇ ਉਦਮ ਵਾਲੇ ਹੋ। ਪਰਮੇਸ਼ਰ, ਪਰਮਾਤਮਾ, ਪੂਰਨ ਪਰਮ ਪੁਰਖ ਨੇ ਬੁਲਾਇਆ ਹੈ। ਇਸ ਸ੍ਰੇਸ਼ਟ ਵਿਮਾਨ ਵਿੱਚ ਸਵਾਰ ਹੋ ਜਾਓ ਤੇ ਆਪਣੇ ਨੂੰ ਸਫਲ ਸਮਝ ਕੇ ਅਕਾਲ ਪੁਰਖ ਦੇ ਦਰਸ਼ਨ ਕਰੋ। ਆਪਣੀ ਸਾਰੀ ਲਾਲਸਾ ਪੂਰੀ ਕਰੋ। ਤੁਸੀਂ ਹਰ ਤਰ੍ਹਾਂ ਗਿਆਨਵਾਨ ਹੋ ਤੇ ਪਰਮ ਚਤੁਰ ਹੋ। ਤਪਸਵੀ ਸ਼੍ਰੀ ਮੁਖ ਪ੍ਰਭੂ ਅਕਾਲ ਪੁਰਖ ਦੀ ਆਗਿਆ ਸੁਣ ਕੇ ਨੇਤਰਾਂ ਵਿੱਚ ਜਲ ਭਰ ਆਇਆ, ਹਿਰਦੇ ਵਿੱਚ ਖੁਸ਼ੀ ਦੇ ਹੰਝੂ ਭਰ ਆਏ। ਪ੍ਰੇਮ ਵਿੱਚ ਗਦਗਦ ਹੋ ਕੇ ਬਚਨ ਬੋਲੇ। ਤਨ ਜਿਹੜਾ ਬਹੁਤ ਕਮਜ਼ੋਰ ਸੀ, ਝੱਟ ਬਹੁਤ ਰਿਸ਼ਟ ਪੁਸ਼ਟ ਹੋ ਗਿਆ ਤੇ ਆਨੰਦ ਨਾਲ ਭਰ ਗਿਆ। ਤਪਸਵੀ ਦੇ ਚੇਲਿਆਂ ਨੂੰ ਉਹਨਾਂ ਦਾ ਸਰੀਰ ਬੜੀ ਸ਼ੋਭਾ ਵਾਲਾ ਦਿਖਾਈ ਦਿੱਤਾ। ਫਿਰ ਤਪਸਵੀ ਸਾਰਿਆਂ ਨੂੰ ਦਿਲਾਸਾ ਦੇ ਕੇ ਮਿੱਠੇ ਸੁਖਦਾਇਕ ਮੁਕਤੀ ਵਾਲੇ ਬਚਨ ਸੁਣਾਏ। ਅਕਾਲ ਪੁਰਖ ਵਾਲੇ ਪਾਸੇ ਉਹਨਾਂ ਨੇ ਬੰਦਨਾ ਕੀਤੀ ਤੇ ਫਿਰ ਵਿਮਾਨ ਦੇ ਪਾਸ ਪਹੁੰਚ ਗਏ। ਫਿਰ ਵਿਮਾਨ ਦੀਆਂ 3 ਪਰਿਕਰਮਾ ਕੀਤੀਆਂ ਤੇ ਸਨਿਮਰ ਹੋ ਕੇ ਵਿਮਾਨ ਵਿੱਚ ਸਵਾਰ ਹੋ ਗਏ। ਆਪਣੇ ਮਨ ਨੂੰ ਪਰਮੇਸ਼ਰ ਵਿੱਚ ਲਾਇਆ ਤੇ ਦਰਸ਼ਨ ਦੀ ਇੱਛਾ ਧਾਰ ਕੇ ਚਲੇ ਗਏ। ਮਨ ਦੀ ਗਤੀ ਸਮਾਨ ਜਿਸ ਵਿਮਾਨ ਦਾ ਵੇਗ ਹੈ, ਉਹ ਇੱਕ ਛਿਣ ਵਿੱਚ ਪ੍ਰਭੂ ਦੇ ਦਰਬਾਰ ਵਿੱਚ ਪਹੁੰਚ ਗਿਆ। ਪਿਆਰੇ ਦਰਸ਼ਨਾਂ ਵਾਲੇ ਛਰੀਦਾਰ ਸਿੰਘ ਦਰਵਾਜ਼ੇ 'ਤੇ ਖੜੇ ਹਨ। ਜਿਹੜਾ ਸਿੰਘ ਦਰਵਾਜ਼ਾ ਹੈ, ਉਹ ਮਾਨੋ ਚਾਂਦੀ ਦੇ ਪਹਾੜ ਵਾਂਗ ਹੈ, ਸੂਰਜ ਵਾਂਗ ਬਹੁਤ ਪ੍ਰਕਾਸ਼ਮਈ ਹੈ। ਕਵੀ ਇਸ ਦੇ ਸਮਰੱਥ ਨਹੀਂ ਕਿ ਉਸ ਪ੍ਰਕਾਸ਼ ਨੂੰ ਬਿਆਨ ਕਰ ਸਕੇ। ਫਿਰ ਵਿਮਾਨ ਵਿੱਚੋਂ ਉਤਰ ਕੇ ਤਪਸਵੀ ਨੇ ਦਰਸ਼ਨ ਕੀਤੇ। ਮੁੱਖ ਮੰਡਲ ਇਸ ਤਰ੍ਹਾਂ ਪ੍ਰਕਾਸ਼ਮਾਨ ਸੀ, ਮਾਨੋ ਉੱਤਮ ਚੰਦ ਹੋਵੇ। ਦਰਬਾਰ ਦੇ ਦਰਵਾਜ਼ੇ ਅੱਗੇ ਸੋਹਣੇ ਦਰਸ਼ਨਾਂ ਵਾਲੇ ਦਰਬਾਨ ਮੁਸਕਰਾਉਂਦੇ ਹੋਏ ਮਿੱਠੇ ਸੁਰ ਵਿੱਚ ਖੁਸ਼ੀ ਨਾਲ ਜੀ ਆਇਆਂ ਕਹਿੰਦੇ ਹੋਏ ਆਦਰ ਨਾਲ ਅੱਗੋਂ ਲੈਣ ਵਾਸਤੇ ਆਏ ਤੇ ਨਾਲ ਲੈ ਕੇ ਅੱਗੇ ਚੱਲ ਪਏ। ਤਪਸਵੀ ਜੀ ਫਿਰ ਅੰਦਰ ਚਲੇ ਗਏ ਤੇ ਪ੍ਰਭੂ ਦੇ ਦਰਸ਼ਨ ਕਰਕੇ ਤੇ ਬਹੁਤ ਪ੍ਰੇਮ ਵਧਾ ਕੇ ਡੰਡੌਤ ਬੰਦਨਾ ਕੀਤੀ। ਨੈਣਾ ਨਾਲ ਅੰਮ੍ਰਿਤ ਦੇ ਖਜ਼ਾਨੇ ਰੂਪੀ ਪ੍ਰਭੂ ਦੇ ਸਰੂਪ ਨੂੰ ਪੀ ਰਹੇ ਸਨ ਤੇ ਤ੍ਰਿਪਤ ਨਹੀਂ ਸੀ ਹੋ ਰਹੇ। ਹੱਥ ਜੋੜ ਕੇ ਫਿਰ ਬੰਦਨਾ ਕੀਤੀ ਤੇ ਬੜੀ ਨਿਮਰਤਾ ਨਾਲ ਖੜੇ ਹੋ ਗਏ। ਜਾਪ ਸਾਹਿਬ ਵਿੱਚ ਜਿੰਨੇ ਵੀ ਪ੍ਰਭੂ ਦੇ ਨਾਮ ਵਰਣਨ ਕੀਤੇ ਹਨ, ਉਹ ਸਾਰੇ ਹੀ ਨਾਮ ਪ੍ਰਭੂ ਦੀ ਉਸਤਤ ਕਰਨ ਸਮੇਂ ਵਰਣਨ ਕੀਤੇ। ਮੁਖ ਤੋਂ ਇਹ ਕਹਿ ਕੇ ਨਮਸਕਾਰ ਨਮਸਕਾਰ ਪ੍ਰਭੂ ਤੇ ਬਾਰ-ਬਾਰ ਮੱਥਾ ਨਿਵਾਇਆ। ਸਾਰੀਆਂ ਜੋਤਾਂ ਦੀ ਤੁਸੀਂ ਜੋਤ ਰੂਪ ਹੋ ਤੇ ਸਾਰੇ ਲੋਕਾਂ ਦੇ ਨਾਥਾਂ ਦੇ ਨਾਥ ਹੋ। ਹੇ ਸਤਨਾਮ ਵਾਲੇ, ਤੁਹਾਨੂੰ ਨਮਸਕਾਰ ਹੈ। ਹੇ ਸਤਰੂਪ ਵਾਲੇ, ਤੁਹਾਨੂੰ ਨਮਸਕਾਰ ਹੈ। ਆਪ ਇੱਕੋ ਹੀ ਸਤ ਚੇਤਨ ਆਨੰਦ ਸਰੂਪ ਵਾਲੇ ਹੋ, ਰੋਗ ਰਹਿਤ ਹੋ, ਰੂਪ ਰਹਿਤ ਹੋ। ਹੇ ਕਾਰਨਾਂ ਦੇ ਕਾਰਨ, ਤੁਹਾਨੂੰ ਨਮਸਕਾਰ ਹੈ। ਹੇ ਵੱਡਿਆਂ ਤੋਂ ਵੱਡੇ, ਤੁਹਾਨੂੰ ਨਮਸਕਾਰ ਹੈ। ਭੂਤ, ਭਵਿੱਖ ਅਤੇ ਵਰਤਮਾਨ ਵਿੱਚ ਆਪ ਇੱਕ ਰਸ ਹੋ। ਹੇ ਪੂਰਨਨਾਥ, ਸਦਾ ਦਾਤਾਂ ਦੇਣ ਵਾਲੇ, ਤੁਹਾਨੂੰ ਨਮਸਕਾਰ ਹੈ। ਸ਼ਿਵਜੀ ਦੇਵੀ ਦੇਵ ਹੋ ਤੇ ਬ੍ਰਹਮਾ ਦੇਵੀ ਵਿਧਾਤਾ ਹੋ। ਆਪ ਨਾਸ਼ ਰਹਿਤ ਹੋ, ਆਪ ਆਸਾ ਰਹਿਤ ਹੋ, ਸਾਰਿਆਂ ਨੂੰ ਪੈਦਾ ਕਰਨ ਵਾਲੇ ਹੋ। ਹੇ ਸੁੰਦਰਤਾ ਤੇ ਸੁੰਦਰ ਸਰੂਪ ਵਾਲੇ, ਤੈਨੂੰ ਮੇਰੀ ਨਮਸਕਾਰ ਹੈ। ਸਦਾ ਤੇਰੀ ਜੈ ਹੋਵੇ, ਸਦਾ ਤੇਰੀ ਜੈ ਹੋਵੇ, ਚਾਰੇ ਯੁਗਾਂ ਵਿੱਚ ਤੇਰੀ ਜੈ ਹੋਵੇ। ਤਪਸਵੀ ਨੇ ਬਾਰ-ਬਾਰ ਨਮਸਕਾਰ ਕਰਕੇ ਅਕਾਲ ਪੁਰਖ ਦੇ ਚਰਨ ਕਮਲਾਂ 'ਤੇ ਸਿਰ ਰੱਖ ਦਿੱਤਾ ਤੇ ਕਿਹਾ, ਜਿਵੇਂ ਆਪ ਜੀ ਦੀ ਅਭਿਲਾਸ਼ਾ ਹੈ, ਮੈਨੂੰ ਆਗਿਆ ਦਿਓ। ਸ਼੍ਰੀ ਉੱਤਮ ਪੁਰਸ਼, ਸ਼੍ਰੀ ਪਰਮਾਤਮ, ਸ਼੍ਰੀ ਪਰਮੇਸ਼ਵਰ ਪੂਰਨ ਪਵਿੱਤਰ ਤਪਸਵੀ ਨੂੰ ਵੇਖ ਕੇ ਕਿਰਪਾਲੂ ਬਹੁਤ ਪ੍ਰਸੰਨ ਹੋਏ, ਜਿਨ੍ਹਾਂ ਦੇ ਝੂਠੇ ਲੋਕ ਦਰਸ਼ਨ ਨਹੀਂ ਕਰ ਸਕਦੇ ਹਨ। ਅਨਾਦਿ ਪ੍ਰਭੂ ਦੇ ਅਨੰਤ ਸਰੂਪ ਹਨ ਤੇ ਆਪਣੇ ਦਾਸਾਂ ਦੀ ਉਹ ਸਦਾ ਪੂਰਨ ਸਹਾਇਤਾ ਕਰਦੇ ਹਨ। ਜਿਨ੍ਹਾਂ ਦੇ ਚਰਨਾਂ ਦੇ ਨੋਹਾਂ ਦੀ ਸੁੰਦਰਤਾ ਵੇਖ ਕੇ ਹੋਰ ਤ੍ਰਿਲੋਕੀ ਵਿੱਚ ਕੋਈ ਵਸਤੂ ਸੁੰਦਰ ਨਹੀਂ ਲੱਗਦੀ ਹੈ। ਫਿਰ ਅਕਾਲ ਪੁਰਖ ਜੀ ਨੇ ਮੱਠਾ ਮੱਠਾ ਮੁਸਕਰਾ ਕੇ ਗੰਭੀਰ ਧੁਨੀ ਵਿੱਚ ਬੜੇ ਮਿੱਠੇ ਤੇ ਕੋਮਲ ਸ਼ਬਦ ਕਹੇ, ਹੇ ਦੁਸ਼ਟ ਦਮਨ, ਸੁਣੋ।
ਪਹਿਲਾਂ ਤੂੰ ਪੈਦਾ ਹੋ ਕੇ ਤਪੱਸਿਆ ਕਰਕੇ ਮੇਰਾ ਧਿਆਨ ਧਾਰਨ ਕੀਤਾ ਹੈ। ਆਪਣੇ ਤਪ ਦੇ ਪ੍ਰਭਾਵ ਕਾਰਨ ਆਪਣੇ ਆਪ ਨੂੰ ਮਹਾਨ ਯੁੱਧ ਕਰਨ ਵਾਲਾ ਬਣਾਇਆ ਹੈ। ਇਸ ਕਰਕੇ ਤੂੰ ਸਾਡੀ ਆਪਣੀ ਅੰਸ਼ ਹੈ। ਤੂੰ ਮਹਾਨ ਤਪੱਸਿਆ ਕੀਤੀ ਹੈ, ਕੋਈ ਵੀ ਤੇਰੇ ਸਮਾਨ ਨਹੀਂ ਹੈ। ਕਿਸੇ ਨੇ ਵੀ ਇੰਨਾ ਤਪ ਨਹੀਂ ਕੀਤਾ ਹੈ ਜਿਹੜਾ ਤੁਸੀਂ ਤਿੰਨਾਂ ਯੁਗਾਂ ਤੱਕ ਮਹਾਨ ਤਪ ਕੀਤਾ ਹੈ। ਹੁਣ ਮੇਰੇ ਵਚਨ ਮੰਨ ਕੇ ਪ੍ਰਿਥਵੀ ਤੇ ਜਾ ਕੇ ਮੇਰਾ ਕੰਮ ਕਰੋ। ਦੁਸ਼ਟ ਤੁਰਕਾਂ ਨੇ ਹਿੰਦ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਉਹ ਦੇਸ਼ ਹੁਣ ਤੁਹਾਡੇ ਆਸਰੇ ਹੈ। ਤੁਸੀਂ ਹੁਣ ਸੁਚੇਤ ਹੋਵੋ। ਮਨੁੱਖ ਤਨ ਧਾਰ ਕੇ ਆਪਣੀ ਲੀਲਾ ਕਰਕੇ ਸਤਨਾਮ ਦੀ ਭਗਤੀ ਦਾ ਦਾਨ ਲੋਕਾਂ ਨੂੰ ਦਿਓ। ਇਹ ਸੁਣ ਕੇ ਦੁਸ਼ਟ ਦਮਨ ਨੇ ਹੱਥ ਜੋੜੇ। ਉੱਥੇ ਜਾਣ ਨਾਲ ਮੈਨੂੰ ਕਈ ਵਿਘਨ ਪੈਣਗੇ, ਅਨੇਕ ਪ੍ਰਕਾਰ ਦੀਆਂ ਪ੍ਰਵਿਰਤੀਆਂ ਹੋਣਗੀਆਂ ਅਤੇ ਕਲਯੁਗ ਦਾ ਭਿਆਨਕ ਸਮਾਂ ਬਹੁਤ ਵੱਧ ਗਿਆ ਹੈ। ਆਪ ਜੀ ਦੇ ਚਰਨਾਂ ਵਿੱਚ ਮੇਰੀ ਸੁਰਤ ਜੁੜੀ ਹੋਈ ਹੈ। ਮੇਰਾ ਮਨ ਬੜੇ ਰਸੀਲੇ ਪਿਆਰ ਨਾਲ ਟਿਕਿਆ ਹੋਇਆ ਹੈ। ਮੇਰੇ ਚਿੱਤ ਵਿੱਚ ਉੱਥੇ ਜਾਣ ਦੀ ਅਭਿਲਾਸ਼ਾ ਨਹੀਂ ਹੈ। ਸਰੂਪ ਸੰਭਾਲ ਕੇ ਇੱਕ ਰਸ ਰਚਿਆ ਹੈ। ਇਹ ਸੁਣ ਕੇ ਪ੍ਰਭੂ ਨੇ ਜਿਵੇਂ ਕਿਵੇਂ ਸਮਝਾਇਆ ਤੇ ਕਿਹਾ, ਉੱਤਮ ਮਾਰਗ ਵਾਲੇ ਪੰਥ ਖਾਲਸਾ ਦੀ ਸਿਰਜਣਾ ਕਰਨੀ ਹੈ ਤੇ ਪ੍ਰੇਮ ਭਗਤੀ ਪ੍ਰਗਟ ਕਰਨੀ ਹੈ। ਜਗਤ ਵਿੱਚ ਛਤਰੀ ਧਰਮ ਕਿਤੇ ਦਿਖਾਈ ਨਹੀਂ ਦਿੰਦਾ ਹੈ। ਬਹੁਤ ਮਲੇਸ਼ ਹੋ ਗਏ ਹਨ ਤੇ ਸ੍ਰੇਸ਼ਟਾਚਾਰ ਦਾ ਨਾਸ਼ ਹੋ ਗਿਆ ਹੈ। ਜਦ ਅਸੀਂ ਪਹਿਲਾਂ ਜਗਤ ਦੀ ਰਚਨਾ ਕੀਤੀ ਸੀ ਤਾਂ ਬੜੇ ਬਲਵਾਨ ਦੈਂਤ ਪੈਦਾ ਕੀਤੇ ਸਨ। ਬਹੁਤ ਮਹਾਦੀਨ ਅਸੀਂ ਭੇਜੇ। ਉਹਨਾਂ ਨੇ ਦੁਨੀਆ ਵਿੱਚ ਜਾ ਕੇ ਆਪਣੇ ਆਪਣੇ ਧਰਮ ਚਲਾ ਲਏ। ਸਤਨਾਮ ਦਾ ਉਪਦੇਸ਼ ਨਾ ਦਿੱਤਾ ਤੇ ਪਾਰ ਬ੍ਰਹਮ ਦੀ ਕਿਸੇ ਨੂੰ ਯਾਦ ਨਾ ਰਹੀ। ਹੁਣ ਤੁਸੀਂ ਚੰਗੇ ਢੰਗ ਨਾਲ ਧਰਮ ਚਲਾਓ ਤੇ ਰਹਿਤ ਕਹਿਤ ਦੇ ਨਾਲ ਇਸ ਨੂੰ ਸੁੰਦਰ ਬਣਾਓ। ਇਸ ਤਰ੍ਹਾਂ ਕਹਿ ਕੇ ਦੁਸ਼ਟ ਦਮਨ ਨੂੰ ਬਹੁਤ ਵਿਧੀਆਂ ਅਨੁਸਾਰ ਆਪਣੀ ਗੋਦ ਵਿੱਚ ਬਿਠਾਇਆ ਤੇ ਕਿਹਾ, ਮੈਂ ਤੁਹਾਨੂੰ ਆਪਣਾ ਪੁੱਤਰ ਬਣਾਇਆ ਹੈ। ਤੁਸੀਂ ਜਗਤ ਵਿੱਚ ਜਾ ਕੇ ਨਵਾਂ ਪੰਥ ਚਲਾਓ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਮਹਾਬਲੀ ਹੈ। ਉਹ ਹੁਣ 9ਵੇਂ ਜਾਮੇ ਵਿੱਚ ਪ੍ਰਵੇਸ਼ ਕਰ ਗਈ ਹੈ। ਤੁਹਾਡੇ ਪਿਤਾ ਜੀ ਵੱਡੇ ਤਪਸਵੀ ਹਨ। ਸ਼ਾਂਤਮਈ ਰਹਿ ਕੇ ਉਹ ਸਭ ਨੂੰ ਬਰਾਬਰ ਸਮਝਦੇ ਹਨ। ਪਹਿਲੇ ਜਨਮ ਵਿੱਚ ਜਿਵੇਂ ਸ਼ਾਂਤਮਈ ਸਨ, ਦੂਸਰੇ ਜਨਮ ਵਿੱਚ ਵੀ ਉਸ ਤਰ੍ਹਾਂ ਹੀ ਰਹੇ। ਯੋਗ ਯੱਗ ਕਰਕੇ ਮੇਰੀ ਆਰਾਧਨਾ ਕਰਦੇ ਹਨ। ਉਸ ਥਾਂ ਤੈਨੂੰ ਆਪਣਾ ਪੁੱਤਰ ਵੇਖਣਾ ਚਾਹੁੰਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਉੱਤਮ ਜੋਤ ਹੈ। ਉਹ ਤੇਰੇ ਵਿੱਚ ਪ੍ਰਵੇਸ਼ ਹੋ ਕੇ ਇੱਕ ਰੂਪ ਹੋ ਜਾਏਗੀ। ਤੂੰ ਮੇਰਾ ਸਰੂਪ ਹੋਣ ਕਰਕੇ ਮਹਾਨ ਉੱਚ ਪਦਵੀ ਪ੍ਰਾਪਤ ਕਰ ਲਏਗਾ। ਮੇਰਾ ਤੂੰ ਪੁੱਤਰ ਹੈ, ਇਸ ਕਰਕੇ ਮੇਰਾ ਹੀ ਸਰੂਪ ਹੈ। ਪਿਤਾ ਪੁੱਤਰ ਵਿੱਚ ਕੋਈ ਭੇਦ ਨਹੀਂ ਹੁੰਦਾ ਹੈ। ਜਗਤ ਵਿੱਚ ਧਰਮ ਨੂੰ ਪ੍ਰਗਟ ਕਰੋ। ਤੇਰੇ ਬਗੈਰ ਹੋਰ ਕੋਈ ਸਮਰੱਥ ਨਹੀਂ ਹੈ। ਪੁੱਤਰਾਂ ਆਦਿ ਦਾ ਮੋਹ ਨਾ ਕਰੋ ਤੇ ਵੈਰੀਆਂ ਨੂੰ ਸੁਚੇਤ ਹੋ ਕੇ ਮਾਰੋ। ਸਤਨਾਮ ਦੇ ਸਿਮਰਨ ਦੀ ਪ੍ਰਵਿਰਤੀ ਪ੍ਰਗਟ ਕਰੋ ਤੇ ਉਹੀ ਛਤਰੀ ਪੰਥ ਪ੍ਰਗਟ ਹੋਵੇਗਾ। ਇਸ ਤਰ੍ਹਾਂ ਕਹਿ ਕੇ ਪ੍ਰਭੂ ਜੀ ਨੇ ਦੁਸ਼ਟ ਦਮਨ ਦਾ ਮੱਥਾ ਚੁੰਮਿਆ, ਜਿਵੇਂ ਪਿਤਾ ਪਾਸੋਂ ਪੁੱਤਰ ਕਿਤੇ ਦੂਰ ਜਾ ਰਿਹਾ ਹੋਵੇ। ਕੋਮਲ ਮਿੱਠੇ ਪ੍ਰਯੋਜਨ ਸਹਿਤ ਉਦਮੀ ਅਤੇ ਕਲਿਆਣ ਭਰੇ ਸ਼ੁਭ ਵਚਨ ਸੁਣਾਏ। ਇਹ ਸੁਣ ਕੇ ਦੁਸ਼ਟ ਦਮਨ ਖੜੇ ਹੋ ਗਏ ਤੇ ਹੱਥ ਜੋੜ ਕੇ ਬੇਨਤੀ ਕੀਤੀ, ਪੰਥ ਤਦ ਹੀ ਜਗਤ ਵਿੱਚ ਚੱਲ ਸਕੇਗਾ ਜੇ ਤੁਸੀਂ ਆਪ ਸਹਾਇਤਾ ਕਰੋਗੇ। ਪ੍ਰਭੂ ਦੀ ਆਗਿਆ ਮੰਨ ਕੇ ਬਾਰ-ਬਾਰ ਬੰਦਨਾ ਕੀਤੀ। ਕਰਤਾ ਪੁਰਖ ਅਕਾਲ ਕਿਰਪਾਲੂ ਏਕੰਕਾਰ ਚਤੁਰ ਗੁਰੂ ਹਨ। ਪ੍ਰਭੂ ਦੇ ਦਰਬਾਰ ਤੋਂ ਵਿਦਾਇਗੀ ਲੈ ਕੇ ਬਾਹਰ ਆ ਕੇ ਬਿਬਾਨ ਵੇਖਿਆ। ਨਮਸਕਾਰ ਕਰਕੇ ਤੁਰੰਤ ਚੱਲ ਪਏ ਤੇ ਆਪਣੇ ਆਸ਼ਰਮ ਵਿੱਚ ਪਹੁੰਚ ਗਏ। ਸਾਧ ਸੰਗਤ ਜੀ, 10ਵੇਂ ਪਾਤਸ਼ਾਹ ਨੇ ਸ਼੍ਰੀ ਦਸਮ ਗ੍ਰੰਥ ਵਿੱਚ ਆਪਣੀ ਪਵਿੱਤਰ ਰਸਨਾ ਤੋਂ ਇਹ ਸ਼ਬਦ ਵੀ ਉਚਾਰਿਆ ਹੈ, ਜੋ ਕਿ ਇਸ ਪ੍ਰਕਾਰ ਹੈ। ਚੌਪਈ ਅਬ ਮੈਂ ਆਪਣੀ ਕਥਾ ਬਖਾਨੋ, ਤਪਤ ਸਾਧਤ ਜਹ ਬਿਦ ਮੋਹਿਆਨੋ, हेमकुंट पर्वत है जहाँ, सपत श्रृंग शोभित है तहाँ, सपत श्रृंग तह नाम कहावा, पंड राज जह जो कमावा, तह हम अधिक तपस्या साधी, महाकाल काल का आराधी, एह बिद करत तपस्या भयो, द्वै ते एक रूप हवै गयो, तात मात मुर अलखा राधा, बहु बिद जोग साधना साधा, तिन जो करी अलख की सेवा, ताते भय प्रसन्न गुरदेवा, तिन प्रभ जब आयस मोहे दिया, तब हम जन्म कलू में लिया, चित ना भयो हमरो आवण कह, चुभी रही सुरत प्रभ चरणन में, ज्यों त्यों प्रभ हमको समझायो, इम कह कै यह लोक पठायो। वाहिगुरु जी का खालसा, वाहिगुरु जी की फतेह।